ਹੈਲੋ ਸਟੂਡੈਂਟਸ, ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਨਿਊ ਚੈਪਟਰ ਜਿਹਦਾ ਨਾਮ ਹੈ ਰੈਸਪਾਇਰੇਸ਼ਨ ਇਨ ਆਰਗੈਨਿਜ਼ਮਸ। ਸੋ ਸਟੂਡੈਂਟਸ, ਸਭ ਤੋਂ ਪਹਿਲਾਂ ਜਾਣਦੇ ਹਾਂ ਰੈਸਪਾਇਰੇਸ਼ਨ ਕਿਸ ਨੂੰ ਕਿਹਾ ਜਾਂਦਾ ਹੈ। ਸਰਲ ਭਾਸ਼ਾ ਦੇ ਵਿੱਚ ਰੈਸਪਾਇਰੇਸ਼ਨ ਦਾ ਕੀ ਅਰਥ ਹੈ। ਜੋ ਵੀ ਲਿਵਿੰਗ ਆਰਗੈਨਿਜ਼ਮਸ ਨੇ, ਜੋ ਵੀ ਜੀਵਿਤ ਜੀਵ ਜੰਤੂ ਨੇ, ਰੈਸਪਾਇਰੇਸ਼ਨ ਉਹਨਾਂ ਦੇ ਵਿੱਚ ਹੀ ਹੋਏਗਾ। ਜੋ ਨॉन ਲਿਵਿੰਗ ਨੇ ਉਹ ਰੈਸਪਾਇਰ ਨਹੀਂ ਕਰਦੇ। ਰੈਸਪਾਇਰੇਸ਼ਨ ਦਾ ਸਰਲ ਭਾਸ਼ਾ ਦੇ ਵਿੱਚ ਅਰਥ ਹੈ ਫੂਡ ਤੋਂ ਐਨਰਜੀ ਦਾ ਪ੍ਰੋਡਕਸ਼ਨ ਕਰਨਾ, ਭੋਜਨ ਤੋਂ ਊਰਜਾ ਬਣਨਾ। ਹੁਣ ਉਹ ਕਿਸ ਤਰ੍ਹਾਂ ਬਣਦੀ ਹੈ, ਕਿਹੜੇ ਕਿਹੜੇ ਸਟੈਪਸ ਨੇ, ਕਿਹੜੀ ਪ੍ਰੋਸੈਸ ਹੈ, ਕਿਹੜੀ ਪ੍ਰਕਿਰਿਆ ਹੈਗੀ, ਉਹ ਸਭ ਆਪਾਂ ਅੱਗੇ ਚੈਪਟਰ ਦੇ ਵਿੱਚ ਪੜ੍ਹਾਂਗੇ। ਕਿਹੜੇ ਕਿਹੜੇ ਆਰਗਨਸ ਨੇ ਜੋ ਰੈਸਪਾਇਰੇਸ਼ਨ ਦੇ ਵਿੱਚ ਇਨਵੋਲਵ ਹੁੰਦੇ ਨੇ, ਰੈਸਪਾਇਰੇਸ਼ਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ, ਆਕਸੀਜਨ ਦਾ ਕੀ ਰੋਲ ਹੈ, ਇਹ ਸਭ ਇਸ ਚੈਪਟਰ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਸਟੂਡੈਂਟਸ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਆਪਾਂ ਨੂੰ ਐਨਰਜੀ ਪ੍ਰਾਪਤ ਕਿੱਥੋਂ ਹੁੰਦੀ ਹੈ। ਤਾਂ ਮੈਨੂੰ ਲੱਗਦਾ ਉਹ ਤੁਸੀਂ ਜਾਣਦੇ ਹੋਵੋਗੇ ਵੀ ਭੋਜਨ ਹੈ ਉਹ ਆਪਾਂ ਨੂੰ ਐਨਰਜੀ ਦਿੰਦਾ ਹੈ। ਇਹ ਤੁਸੀਂ 6th ਕਲਾਸ ਦੇ ਵਿੱਚ ਵੀ ਪੜ੍ਹ ਚੁੱਕੇ ਹੋ ਵੀ ਭੋਜਨ ਦੇ ਵਿੱਚ ਕਈ ਕੰਪੋਨੈਂਟਸ ਹੁੰਦੇ ਨੇ। ਕੰਪੋਨੈਂਟਸ ਆਫ ਫੂਡ ਚੈਪਟਰ ਦੇ ਵਿੱਚ ਤੁਸੀਂ ਪੜ੍ਹ ਚੁੱਕੇ ਹੋ। ਕਈ ਨਿਊਟਰੀਐਂਟਸ ਦੇ ਬਾਰੇ ਤੁਸੀਂ ਪੜ੍ਹ ਚੁੱਕੇ ਹੋ, ਜਿਵੇਂ ਕਿ ਕਾਰਬੋਹਾਈਡਰੇਟ, ਫੈਟ, ਪ੍ਰੋਟੀਨ, ਵਿਟਾਮਿਨਸ, ਮਿਨਰਲਸ। ਉਹਦੇ ਵਿੱਚ ਜੋ ਕਾਰਬੋਹਾਈਡਰੇਟ ਹੈ ਉਹ ਮੇਨ ਸੋਰਸ ਸੀ ਐਨਰਜੀ ਦਾ, ਜੋ ਇਮੀਡੀਏਟ ਆਪਾਂ ਨੂੰ ਐਨਰਜੀ ਦਿੰਦਾ ਸੀ। ਫੈਟ ਵੀ ਹੈ ਬਟ ਉਹ ਇਮੀਡੀਏਟ ਐਨਰਜੀ ਨਹੀਂ ਦਿੰਦਾ। ਤਾਂ ਆਪਾਂ ਦੇਖਿਆ ਸੀ ਵੀ ਡਾਈਜੈਸ਼ਨ ਦੇ ਥਰੂ ਜੋ ਕਾਰਬੋਹਾਈਡਰੇਟ ਹੈ ਉਹ ਕਿਸ ਦੇ ਵਿੱਚ ਚੇਂਜ ਹੋ ਜਾਂਦਾ ਹੈ, ਗਲੂਕੋਜ਼ ਦੇ ਵਿੱਚ ਚੇਂਜ ਹੋ ਜਾਂਦਾ ਹੈ। ਹੁਣ ਗਲੂਕੋਜ਼ ਦਾ ਜਦੋਂ ਆਕਸੀਡੇਸ਼ਨ ਹੋਊਗਾ, ਜਦੋਂ ਗਲੂਕੋਜ਼ ਆਕਸੀਜਨ ਗੈਸ ਦੇ ਨਾਲ ਕ੍ਰਿਆ ਕਰੇਗੀ ਤਾਂ ਉਦੋਂ ਕੀ ਬਣੇਗਾ, ਕਾਰਬਨ ਡਾਈਆਕਸਾਈਡ ਗੈਸ ਅਤੇ ਐਨਰਜੀ ਬਣੇਗੀ, ਠੀਕ ਹੈ, ਊਰਜਾ ਬਣੇਗੀ। ਹੁਣ ਜੋ ਊਰਜਾ ਹੈ ਉਹ ਆਪਾਂ ਜੋ ਆਪਣੀਆਂ ਡੇਲੀ ਐਕਟੀਵਿਟੀਜ਼ ਨੇ ਉਹਦੇ ਵਿੱਚ ਆਪਾਂ ਇਸਤੇਮਾਲ ਕਰ ਲੈਂਦੇ ਹਾਂ, ਠੀਕ ਹੈ। ਹੁਣ ਦੇਖੋ ਰੈਸਪਾਇਰੇਸ਼ਨ ਕਿਸ ਤਰ੍ਹਾਂ ਹੁੰਦਾ ਹੈ, ਕਿੰਨੇ ਟਾਈਪ ਹੈ, ਇਹ ਸਭ ਆਪਾਂ ਪੜ੍ਹਦੇ ਹਾਂ। ਜੋ ਸਲਾਈਡ ਹੈ, ਪਹਿਲੀ ਸਲਾਈਡ ਹੈ, ਉਹਦੇ ਵਿੱਚ ਲਿਖਿਆ ਹੋਇਆ ਆਲ ਲਿਵਿੰਗ ਥਿੰਗਸ ਰੈਸਪਾਇਰ। ਜਿੰਨੇ ਵੀ ਜੀਵ ਜੰਤੂ ਨੇ, ਜੀਵਿਤ ਜੀਵ ਜੰਤੂ ਨੇ, ਉਹ ਸਾਰੇ ਰੈਸਪਾਇਰ ਕਰਦੇ ਨੇ। ਰੈਸਪਾਇਰੇਸ਼ਨ ਇਜ਼ ਏ ਪ੍ਰੋਸੈਸ ਦੈਟ ਇਨਕਲੂਡ ਬਰੀਥਿੰਗ। ਰੈਸਪਾਇਰੇਸ਼ਨ ਇੱਕ ਵੱਡੀ ਪ੍ਰੋਸੈਸ ਹੈ ਜਿਹਦਾ ਇੱਕ ਸਟੈਪ ਹੈ ਬਰੀਥਿੰਗ। ਰੈਸਪਾਇਰੇਸ਼ਨ ਇਜ਼ ਏ ਪ੍ਰੋਸੈਸ ਦੈਟ ਇਨਕਲੂਡ ਬਰੀਥਿੰਗ। ਰੈਸਪਾਇਰੇਸ਼ਨ ਦੇ ਵਿੱਚ ਕੀ ਹੈ, ਬਰੀਥਿੰਗ ਇੱਕ ਛੋਟਾ ਜਿਹਾ ਸਟੈਪ ਹੈ। ਬਰੀਥਿੰਗ ਕੀ ਹੈ, ਦੀ ਮੂਵਮੈਂਟ ਆਫ ਏਅਰ ਇਨ ਐਂਡ ਆਊਟ ਆਫ ਦੀ ਬੋਡੀ ਐਂਡ ਵਾਈਸ ਵਰਸਾ ਇਜ਼ ਨੋਨ ਐਜ਼ ਬਰੀਥਿੰਗ। ਏਅਰ ਦਾ ਆਪਣੇ ਸਰੀਰ ਦੇ ਅੰਦਰ ਜਾਣਾ ਅਤੇ ਬਾਹਰ ਆਉਣਾ ਬਰੀਥਿੰਗ ਹੈ। ਸਿੰਪਲ ਜਦੋਂ ਆਪਾਂ ਏਅਰ ਅੰਦਰ ਲੈਂਦੇ ਹਾਂ ਅਤੇ ਬਾਹਰ ਕੱਢਦੇ ਹਾਂ, ਉਸ ਕਿਰਿਆ ਨੂੰ ਕੀ ਕਹਿ ਦਿੰਦੇ ਹੈਗੇ, ਬਰੀਥਿੰਗ। ਹੁਣ ਬਰੀਥਿੰਗ ਦੇ ਵਿੱਚ ਅਲੱਗ ਅਲੱਗ ਆਰਗੈਨਿਜ਼ਮਸ ਨੇ, ਉਹ ਅਲੱਗ ਅਲੱਗ ਆਰਗਨਸ ਦਾ ਅੰਗ ਦਾ ਯੂਜ਼ ਕਰਦਾ। ਜਿਵੇਂ ਨੀਚੇ ਐਗਜ਼ਾਮਪਲ ਦਿੱਤੇ ਹੋਏ ਨੇ। ਫੋਰ ਐਗਜ਼ਾਮਪਲ ਐਨੀਮਲਸ ਸੱਚ ਐਜ਼ ਅਰਥਵਰਮ ਬਰੀਥ ਥਰੂ ਦੀ ਸਕਿਨ। ਜੋ ਅਰਥਵਰਮ ਹੈ, ਗੜੋਆ ਹੈ, ਕੇਂਚੂਆ ਹੈ, ਉਹ ਕਿਸ ਦੇ ਥਰੂ ਰੈਸਪਾਇਰ ਕਰਦਾ ਹੈ, ਸਕਿਨ ਦੇ ਥਰੂ। ਆਪਣੀ ਜੋ ਬੋਡੀ ਹੈ, ਉਹਦੀ ਤਵਚਾ ਹੈ, ਉਹਦੇ ਥਰੂ ਰੈਸਪਾਇਰ ਕਰਦਾ ਹੈ। ਫਿਰ ਹੈ ਫਿਸ਼ਿਜ਼ ਯੂਜ਼ ਗਿਲਸ ਫॉर ਬਰੀਥਿੰਗ ਐਂਡ ਪਲਾਂਟਸ ਐਕਸਚੇਂਜ ਗੈਸ ਥਰੂ ਦੀ ਟੈਨੀ ਪੋਰ ਕਾਲਡ ਸਟੋਮੈਟਾ ਵਿਚ ਆਰ ਪ੍ਰੈਜ਼ੈਂਟ ਮੇਨਲੀ ਔਨ ਦੀ ਸਰਫੇਸ ਆਫ ਲੀਫ। ਜੋ ਫਿਸ਼ਿਜ਼ ਨੇ ਉਹ ਗਿਲਸ ਦਾ ਯੂਜ਼ ਕਰਦੇ ਨੇ ਬਰੀਥਿੰਗ ਦੇ ਵਿੱਚ, ਅਤੇ ਜੋ ਪਲਾਂਟਸ ਨੇ ਉਹਨਾਂ ਦੀ ਲੀਫ ਦੇ ਉੱਤੇ ਛੋਟੇ ਛੋਟੇ ਪੋਰਸ ਹੁੰਦੇ ਨੇ, ਸੁਰਾਖ ਹੁੰਦੇ ਨੇ, ਉਹਨਾਂ ਦੇ ਥਰੂ ਰੈਸਪਾਇਰ ਕਰਦੇ ਨੇ। ਔਰ ਸੁਰਾਖਸ ਨੂੰ ਕੀ ਕਹਿ ਦਿੱਤਾ ਜਾਂਦਾ, ਸਟੋਮੈਟਾ ਕਹਿ ਦਿੱਤਾ ਜਾਂਦਾ। ਹੁਣ ਹੈ ਐਰੋਬਿਕ ਰੈਸਪਾਇਰੇਸ਼ਨ ਅਤੇ ਐਨਾਰੋਬਿਕ ਰੈਸਪਾਇਰੇਸ਼ਨ। ਦੋ ਟਾਈਪ ਨੇ ਰੈਸਪਾਇਰੇਸ਼ਨ ਦੇ, ਇੱਕ ਹੈ ਐਰੋਬਿਕ, ਇੱਕ ਹੈ ਐਨਾਰੋਬਿਕ। ਪਹਿਲਾਂ ਇਹਦੇ ਵਿੱਚ ਕੀ ਲਿਖਿਆ ਹੈ ਸਲਾਈਡ ਦੇ ਵਿੱਚ, ਹਾਊ ਇਜ਼ ਦੀ ਐਨਰਜੀ ਸਟੋਰ ਇਨ ਫੂਡ ਰਿਲੀਜ਼
ਟੂ ਬੀ ਯੂਜ਼ ਬਾਈ ਦਾ ਬੋਡੀ। ਵੀ ਜੋ ਵੀ ਆਪਾਂ ਭੋਜਨ ਕਰਦੇ ਹਾਂ ਉਹਦੇ ਵਿੱਚ ਐਨਰਜੀ ਸਟੋਰ ਹੁੰਦੀ ਹੈ, ਉਹ ਐਨਰਜੀ ਕਿਸ ਤਰ੍ਹਾਂ ਬੋਡੀ ਦੇ ਵਿੱਚ ਰਿਲੀਜ਼ ਹੁੰਦੀ ਹੈ। ਉਹ ਦੇ ਵਿੱਚ ਜੋ ਮੇਨ क्रिया है वो है रेस्पायरेशन। You know that during the process of breathing we take air in, ठीक है, we take in air। जो breathing है ਉਹਦੇ ਵਿੱਚ ਆਪਾਂ air ਨੂੰ ਅੰਦਰ ਲੈਂਦੇ ਹਾਂ। Oxygen is taken in while carbon dioxide is released out of body during breathing। ਹੁਣ air ਹੈ ਉਹਦੇ ਵਿੱਚ ਬਹੁਤ ਸਾਰੀਆਂ ਗੈਸਾਂ ਹੁੰਦੀਆਂ ਨੇ, ਆਕਸੀਜਨ, ਕਾਰਬਨ ਡਾਈਆਕਸਾਈਡ, ਨਾਈਟ੍ਰੋਜਨ, ਆਰਗਨ, ਠੀਕ ਹੈ। ਬਟ ਆਪਾਂ ਮੇਨ ਮੇਨ ਜੋ ਗੈਸ ਆ ਉਹ ਕਿਹੜੀ ਲੈਂਦੇ ਹੈਗੇ, ਆਕਸੀਜਨ ਰੈਸਪਾਇਰ ਕਰਨ ਖਾਤਰ। ਅਤੇ ਜਿਹੜੀ ਗੈਸ ਬਾਹਰ ਆਉਂਦੀ ਹੈਗੀ ਰੈਸਪਾਇਰ ਹੋਣ ਤੋਂ ਬਾਅਦ ਉਹ ਹੈ ਕਾਰਬਨ ਡਾਈਆਕਸਾਈਡ। ਮਤਲਬ ਆਪਾਂ ਆਕਸੀਜਨ ਲੈਂਦੇ ਹਾਂ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਾਂ। ਆਕਸੀਜਨ ਇਜ਼ ਦੈਨ ਸਰਕੂਲੇਟ ਟੂ ਆਲ ਸੈਲਸ ਆਫ ਦਾ ਬੋਡੀ। ਵੀ ਆਪਣੇ ਬਲੱਡ ਦੇ ਥਰੂ ਕੀ ਹੁੰਦਾ ਹੈ, ਆਕਸੀਜਨ ਪੂਰੇ ਸਰੀਰ ਦੇ ਵਿੱਚ ਚਲੀ ਜਾਂਦੀ ਹੈ। ਫੂਡ ਜਾਂ ਗਲੂਕੋਜ਼ ਇਜ਼ ਬ੍ਰੋਕਨ ਡਾਊਨ ਇਨ ਦੀ ਸੈਲਸ ਵਿਦ ਦੀ ਹੈਲਪ ਆਫ ਆਕਸੀਜਨ। ਜੋ ਵੀ ਆਪਣੀ ਸੈਲਸ ਨੇ ਉਹਨਾਂ ਦੇ ਵਿੱਚ ਗਲੂਕੋਜ਼ ਟੁੱਟ ਜਾਂਦੀ ਹੈ ਅਤੇ ਕਿਹਦੀ ਮਦਦ ਨਾਲ ਟੁੱਟਦੀ ਹੈ, ਆਕਸੀਜਨ ਦੀ ਮਦਦ ਨਾਲ। ਅਤੇ ਕੀ ਬਣਦਾ ਹੈਗਾ, ਕਾਰਬਨ ਡਾਈਆਕਸਾਈਡ, ਅਤੇ ਇੱਕ ਐਨਰਜੀ ਦਾ ਪ੍ਰੋਡਕਸ਼ਨ ਹੁੰਦਾ। ਦੀ ਪ੍ਰੋਸੈਸ ਇਨ ਵਿਚ ਫੂਡ ਇਜ਼ ਬ੍ਰੋਕਨ ਡਾਊਨ ਇਨ ਸੈੱਲ ਟੂ ਰਿਲੀਜ਼ ਐਨਰਜੀ ਇਜ਼ ਨੋਨ ਐਜ਼ ਸੈਲਰ ਰੈਸਪਾਇਰੇਸ਼ਨ। ਹੁਣ ਜਿਹੜਾ ਫੂਡ ਹੈ, ਗਲੂਕੋਜ਼ ਹੈ, ਉਹਦਾ ਬ੍ਰੇਕਡਾਊਨ ਹੋਣਾ ਸੈੱਲ ਦੇ ਵਿੱਚ ਅਤੇ ਐਨਰਜੀ ਦਾ ਪ੍ਰੋਡਕਸ਼ਨ ਹੋਣਾ, ਉਹਨੂੰ ਕੀ ਕਿਹਾ ਜਾਂਦਾ ਹੈਗਾ, ਸੈਲੂਲਰ ਰੈਸਪਾਇਰੇਸ਼ਨ। ਟੂ ਟਾਈਪ ਆਫ ਦੀ ਰੈਸਪਾਇਰੇਸ਼ਨ ਟੇਕ ਪਲੇਸ ਇਨ ਸੈੱਲ। ਵਨ ਓਕਰ ਇਨ ਪ੍ਰਜੈਂਸ ਆਫ ਆਕਸੀਜਨ ਵਾਈਲ ਅਦਰ ਓਕਰ ਇਨ ਐਬਸੈਂਸ ਆਫ ਇਟ। ਹੁਣ ਸੈੱਲ ਦੇ ਵਿੱਚ ਦੋ ਤਰ੍ਹਾਂ ਦੀ ਰੈਸਪਾਇਰੇਸ਼ਨ ਹੁੰਦੀ ਹੈ। ਇੱਕ ਤਾਂ ਆਕਸੀਜਨ ਦੀ ਪ੍ਰਜੈਂਸ ਵਿੱਚ, ਜਦੋਂ ਆਕਸੀਜਨ ਹੋਏਗੀ ਉਦੋਂ ਹੀ ਹੋਏਗੀ ਉਹ ਰੈਸਪਾਇਰੇਸ਼ਨ। ਦੂਸਰੀ ਹੈ ਆਕਸੀਜਨ ਦੀ ਐਬਸੈਂਸ ਦੇ ਵਿੱਚ, ਵੀ ਜਦੋਂ ਆਕਸੀਜਨ ਨਾ ਵੀ ਹੈ ਤਾਂ ਵੀ ਰੈਸਪਾਇਰੇਸ਼ਨ ਉਹ ਹੋ ਜਾਏਗੀ। ਦੀ ਪ੍ਰੋਸੈਸ ਆਫ ਬ੍ਰੇਕਡਾਊਨ ਆਫ ਫੂਡ ਗਲੂਕੋਜ਼ ਇਨ ਦੀ ਪ੍ਰਜੈਂਸ ਆਫ ਆਕਸੀਜਨ ਇਜ਼ ਨੋਨ ਐਜ਼ ਐਰੋਬਿਕ ਰੈਸਪਾਇਰੇਸ਼ਨ। ਆਕਸੀਜਨ ਦੀ ਮਦਦ ਨਾਲ ਗਲੂਕੋਜ਼ ਦਾ ਜਾਂ ਫੂਡ ਦਾ ਬ੍ਰੇਕਡਾਊਨ ਕੀ ਕਹਿਲਾਉਂਦਾ ਹੈਗਾ, ਐਰੋਬਿਕ ਰੈਸਪਾਇਰੇਸ਼ਨ। ਇਟ ਟੇਕਸ ਪਲੇਸ ਇਨ ਆਲ ਔਰਗਨਿਜ਼ਮ ਐਂਡ ਲੀਡ ਟੂ ਪ੍ਰੋਡਕਸ਼ਨ ਆਫ ਕਾਰਬਨ ਡਾਈਆਕਸਾਈਡ, ਵਾਟਰ ਐਂਡ ਐਨਰਜੀ। ਸਾਰੇ ਜਿੰਨੇ ਵੀ ਔਰਗਨਿਜ਼ਮਸ ਨੇ ਜਿਨ੍ਹਾਂ ਦੇ ਵਿੱਚ ਬਰੀਦਿੰਗ ਹੁੰਦੀ ਆ, ਆਕਸੀਜਨ ਲਿਆ ਜਾਂਦਾ ਹੈਗਾ, ਉਹਨਾਂ ਵਿੱਚ ਜੋ ਫੂਡ ਹੈ ਉਹ ਆਕਸੀਜਨ ਦੀ ਮਦਦ ਨਾਲ ਬ੍ਰੇਕ ਹੁੰਦਾ, ਉਸ ਨੂੰ ਐਰੋਬਿਕ ਰੈਸਪਾਇਰੇਸ਼ਨ ਕਹਿ ਦਿੰਦੇ ਹੈਗੇ। ਅਤੇ ਬ੍ਰੇਕ ਹੋਣ ਤੋਂ ਬਾਅਦ ਗਲੂਕੋਜ਼ ਦਾ ਜਾਂ ਫੂਡ ਦਾ ਕੀ ਬਣਦਾ ਹੈਗਾ, ਕਾਰਬਨ ਡਾਈਆਕਸਾਈਡ, ਵਾਟਰ ਅਤੇ ਐਨਰਜੀ। ਨੀਚੇ ਇੱਕ ਇਕੁਏਸ਼ਨ ਦਿੱਤੀ ਹੋਈ ਹੈ ਸਲਾਈਡ ਦੇ ਵਿੱਚ। ਗਲੂਕੋਜ਼ ਆਕਸੀਜਨ ਦੇ ਨਾਲ ਰਿਐਕਟ ਕਰੇਗੀ, ਕੀ ਬਣੇਗਾ, ਕਾਰਬਨ ਡਾਈਆਕਸਾਈਡ, ਵਾਟਰ ਐਂਡ ਐਨਰਜੀ। ਫੂਡ ਇਜ਼ ਆਲਸੋ ਬ੍ਰੇਕਨ ਡਾਊਨ ਇਨ ਦੀ ਐਬਸੈਂਸ ਆਫ ਆਕਸੀਜਨ। ਹੁਣ ਦੇਖੋ ਜੋ ਫੂਡ ਹੈ ਉਹ ਆਕਸੀਜਨ ਤੋਂ ਬਿਨਾਂ ਵੀ ਟੁੱਟ ਸਕਦਾ ਹੈਗਾ। ਦਿਸ ਪ੍ਰੋਸੈਸ ਇਜ਼ ਨੋਨ ਐਜ਼ ਐਨਾਰੋਬਿਕ ਰੈਸਪਾਇਰੇਸ਼ਨ। ਇਸ ਪ੍ਰੋਸੈਸ ਨੂੰ ਕੀ ਕਹਿ ਦਿੱਤਾ ਜਾਂਦਾ ਹੈ, ਐਨਾਰੋਬਿਕ ਰੈਸਪਾਇਰੇਸ਼ਨ। ਇਟ ਓਕਰ ਇਨ ਔਰਗਨਿਜ਼ਮ ਸਚ ਐਜ਼ ਈਸਟ। ਦਿਸ ਪ੍ਰੋਸੈਸ ਲੀਡ ਟੂ ਪ੍ਰੋਡਕਸ਼ਨ ਆਫ ਐਲਕੋਹਲ ਐਂਡ ਕਾਰਬਨ ਡਾਈਆਕਸਾਈਡ। ਜੋ ਐਨਾਰੋਬਿਕ ਰੈਸਪਾਇਰੇਸ਼ਨ ਹੈ ਉਹ ਕਿਹਦੇ ਵਿੱਚ ਹੁੰਦਾ ਹੈਗਾ, ਈਸਟ ਜਿਹੇ ਔਰਗਨਿਜ਼ਮ ਦੇ ਵਿੱਚ ਹੁੰਦਾ ਹੈਗਾ। ਅਤੇ ਇਹਨਾਂ ਜੋ ਐਨਾਰੋਬਿਕ ਰੈਸਪਾਇਰੇਸ਼ਨ ਹੈ ਉਹਦੇ ਵਿੱਚ ਜੋ ਗਲੂਕੋਜ਼ ਹੈ ਉਹਦੇ ਟੁੱਟਣ ਤੋਂ ਬਾਅਦ ਜਾਂ ਤਾਂ ਐਲਕੋਹਲ ਬਣਦਾ ਜਾਂ ਲੈਕਟਿਕ ਐਸਿਡ ਜਾਂ ਇੱਕ ਐਨਰਜੀ ਦਾ ਪ੍ਰੋਡਕਸ਼ਨ ਹੁੰਦਾ ਅਤੇ ਇੱਕ ਹੁੰਦਾ ਹੈਗਾ ਕਾਰਬਨ ਡਾਈਆਕਸਾਈਡ ਦਾ ਪ੍ਰੋਡਕਸ਼ਨ। ਠੀਕ ਹੈ, ਜੋ ਐਨਰਜੀ ਆ ਉਹ ਐਨਾਰੋਬਿਕ ਰੈਸਪਾਇਰੇਸ਼ਨ ਦੇ ਵਿੱਚ ਘੱਟ ਬਣਦੀ ਹੈ। ਹੁਣ ਅਗਲੀ ਸਲਾਈਡ ਦੇ ਵਿੱਚ ਡਿਫਰੈਂਸ ਦਿੱਤੇ ਹੋਏ ਨੇ ਐਰੋਬਿਕ ਰੈਸਪਾਇਰੇਸ਼ਨ ਅਤੇ ਐਨਾਰੋਬਿਕ ਰੈਸਪਾਇਰੇਸ਼ਨ ਦੇ ਵਿੱਚ। ਪਹਿਲਾ ਡਿਫਰੈਂਸ ਹੈ ਐਰੋਬਿਕ ਰੈਸਪਾਇਰੇਸ਼ਨ, ਇਟ ਓਕਰ ਇਨ ਪ੍ਰਜੈਂਸ ਆਫ ਆਕਸੀਜਨ। ਅਤੇ ਐਨਾਰੋਬਿਕ ਰੈਸਪਾਇਰੇਸ਼ਨ, ਇਟ ਓਕਰ ਇਨ ਦੀ ਐਬਸੈਂਸ ਆਫ ਆਕਸੀਜਨ। ਠੀਕ ਹੈ। ਜੋ ਸੈਕਿੰਡ ਹੈ, ਇਟ ਇਨਵੋਲਵ ਐਕਸਚੇਂਜ ਆਫ ਗੈਸਿਸ ਬਿਟਵੀਨ ਔਰਗਨਿਜ਼ਮ ਐਂਡ ਆਊਟਸਾਈਡ ਇਨਵਾਇਰਮੈਂਟ। ਵੀ ਇਹਦੇ ਵਿੱਚ ਜੋ ਆਪਣਾ ਇਨਵਾਇਰਮੈਂਟ ਆ ਉਹਦੇ ਨਾਲ ਅਤੇ ਔਰਗਨਿਜ਼ਮ ਦੇ ਵਿਚਾਲੇ ਗੈਸਿਸ ਦਾ ਐਕਸਚੇਂਜ ਹੁੰਦਾ, ਜਦੋਂ ਕਿ ਐਨਾਰੋਬਿਕ ਦੇ ਰੈਸਪਾਇਰੇਸ਼ਨ ਦੇ ਵਿੱਚ ਐਕਸਚੇਂਜ ਆਫ ਗੈਸਿਸ ਇਜ਼ ਐਬਸੈਂਟ। ਇਹਦੇ ਵਿੱਚ ਕੋਈ ਵੀ ਐਕਸਚੇਂਜ ਨਹੀਂ ਹੁੰਦਾ ਗੈਸਿਸ ਦਾ।
इट ऑकर इन साइटोप्लाज्म एंड माइटोकॉन्ड्रिया। जो अपनी सैल है ਉਹਦੇ ਵਿੱਚ ਸਾਈਟੋਪਲਾਜ਼ਮ ਹੁੰਦਾ ਹੈਗਾ, ਮਾਈਟੋਕੌਂਡਰੀਆ ਹੁੰਦਾ ਹੈ। ਤਾਂ ਦੋਨੋਂ ਜੋ ਵੀ ਔਰਗਨੈਲਿਜ਼ ਨੇ ਸਾਈਟੋਪਲਾਜ਼ਮ ਅਤੇ ਮਾਈਟੋਕੌਂਡਰੀਆ ਦੋਨਾਂ ਦੀ ਇਨਵੋਲਵਮੈਂਟ ਹੁੰਦੀ ਹੈਗੀ ਐਰੋਬਿਕ ਰੈਸਪਾਇਰੇਸ਼ਨ ਦੇ ਵਿੱਚ। ਜਦੋਂ ਕਿ ਐਨਾਰੋਬਿਕ ਰੈਸਪਾਇਰੇਸ਼ਨ ਹੈ ਇਟ ਔਕਰ ਓਨਲੀ ਇਨ ਸਾਈਟੋਪਲਾਜ਼ਮ। ਕੱਲਾ ਸਾਈਟੋਪਲਾਜ਼ਮ ਹੀ ਯੂਜ਼ ਹੁੰਦਾ ਹੈਗਾ ਐਨਾਰੋਬਿਕ ਰੈਸਪਾਇਰੇਸ਼ਨ ਲਈ, ਅਤੇ ਮਾਈਟੋਕੌਂਡਰੀਆ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਇਟ ਆਲਵੇਜ਼ ਰਿਲੀਜ਼ CO2 ਐਂਡ ਵਾਟਰ। ਐਰੋਬਿਕ ਰੈਸਪਾਇਰੇਸ਼ਨ ਦੇ ਵਿੱਚ ਕਾਰਬਨ ਡਾਈਆਕਸਾਈਡ ਅਤੇ ਵਾਟਰ ਬਣਦਾ ਹੈ, ਜਦੋਂ ਕਿ ਐਨਾਰੋਬਿਕ ਰੈਸਪਾਇਰੇਸ਼ਨ ਦੇ ਵਿੱਚ ਐਂਡ ਪ੍ਰੋਡਕਟ ਮੇ ਵੈਰੀ, ਵੀ ਬਹੁਤ ਅਲੱਗ ਅਲੱਗ ਤਰ੍ਹਾਂ ਦੇ ਐਂਡ ਪ੍ਰੋਡਕਟ ਹੋ ਸਕਦੇ ਨੇ। ਅਤੇ ਮੈਂ ਦੱਸਿਆ ਸੀ ਵੀ ਐਰੋਬਿਕ ਰੈਸਪਾਇਰੇਸ਼ਨ ਦੇ ਵਿੱਚ ਜ਼ਿਆਦਾ ਐਨਰਜੀ ਬਣਦੀ ਹੈ ਅਤੇ ਐਨਾਰੋਬਿਕ ਦੇ ਵਿੱਚ ਘੱਟ ਬਣਦੀ ਹੈ। ਕਿੰਨੇ ATPs ਬਣਦੇ ਨੇਗੇ ਐਰੋਬਿਕ ਦੇ ਵਿੱਚ 36, ਜਦੋਂ ਕਿ ਐਰੋਬਿਕ ਦੇ ਵਿੱਚ ਐਨਾਰੋਬਿਕ ਦੇ ਵਿੱਚ ਕਿੰਨੇ ਬਣਦੇ ਨੇਗੇ 2 ATP। ਠੀਕ ਹੈ, ਐਗਜ਼ਾਮਪਲ ਦਿੱਤੇ ਹੋਏ ਨੇ ਸੈਲਸ ਇਨ ਆਵਰ ਬੋਡੀ। ਆਪਣੀ ਬੋਡੀ ਦੇ ਵਿੱਚ ਜੋ ਵੀ ਸੈਲਸ ਨੇ ਉਹਦੇ ਵਿੱਚ ਐਰੋਬਿਕ ਰੈਸਪਾਇਰੇਸ਼ਨ ਹੁੰਦਾ ਹੈ, ਜਦੋਂ ਕਿ ਈਸਟ ਅਤੇ ਆਪਣੀ ਜੋ ਮਸਲਸ ਸੈੱਲ ਨੇ ਉਹਨਾਂ ਦੇ ਵਿੱਚ ਕਿਹੜਾ ਰੈਸਪਾਇਰੇਸ਼ਨ ਹੁੰਦਾ ਹੈਗਾ ਐਨਾਰੋਬਿਕ। ਹੁਣ ATP ਕੀ ਹੈਗਾ ਐਡੀਨੋਸਿਨ ਟਰਾਈਫਾਸਫੇਟ। ਇਹ ਇੱਕ ਐਨਰਜੀ ਦੀ ਯੂਨਿਟ ਹੈ। ATP is the universal unit of energy used in all living cells। ਇੱਕ ਯੂਨਿਟ ਹੈ ਐਨਰਜੀ ਦੀ, ਜਿਸ ਤਰ੍ਹਾਂ ਆਪਾਂ ਕੱਪੜੇ ਨੂੰ ਮੀਟਰ 'ਚ ਮਾਪਦੇ ਹਾਂ, ਕੋਈ ਵੀ ਹੋਰ ਤੋਲਣ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਆਪਾਂ ਕਿਲੋਗ੍ਰਾਮ 'ਚ ਮਾਪਦੇ ਹਾਂ, ਜੋ ਵੀ ਤੇਲ ਵਗੈਰਾ ਨੇ ਉਹਨਾਂ ਨੂੰ ਆਪਾਂ ਲੀਟਰ 'ਚ ਮਾਪਦੇ ਹਾਂ। ਇਸੇ ਤਰ੍ਹਾਂ ਜੋ ਆਪਣੇ ਸਰੀਰ ਦੇ ਵਿੱਚ ਐਨਰਜੀ ਦਾ ਪ੍ਰੋਡਕਸ਼ਨ ਹੁੰਦਾ ਉਹਨੂੰ ATP ਦੇ ਵਿੱਚ ਮਾਪਿਆ ਜਾਂਦਾ ਹੈਗਾ। ਠੀਕ ਹੈ, ਇਹ ਐਨਰਜੀ ਦੀ ਯੂਨਿਟ ਹੈਗੀ। ਇਟ ਇਜ਼ ਦੀ ਵੈਰੀ ਬੇਸਿਕ ਮੋਲੀਕਿਊਲ ਵਿਚ ਮੀਟ ਔਰ ਐਨਰਜੀ ਨੀਡ ਐਂਡ ਇਜ਼ ਫਾਰਮਡ ਇਨ ਦੀ ਲੇਟਰ ਸਟੈਪ ਆਫ ਗਲੂਕੋਜ਼ ਆਕਸੀਡੇਸ਼ਨ। ਵੀ ਜੋ ATP ਹੈ ਉਹ ਮੇਨ ਬੇਸਿਕ ਮੋਲੀਕਿਊਲ ਹੈ ਜੋ ਆਪਣੀ ਐਨਰਜੀ ਦੀ ਨੀਡ ਨੂੰ ਪੂਰਾ ਕਰਦਾ, ਅਤੇ ਗਲੂਕੋਜ਼ ਦੇ ਆਕਸੀਡੇਸ਼ਨ ਦੇ ਥਰੂ ਆਪਾਂ ਨੂੰ ਪ੍ਰਾਪਤ ਹੁੰਦਾ ਹੈਗਾ। ਫਿਰ ਹੈ ਈਸਟ perform the process of anaerobic respiration which lead to production of alcohol by incomplete breakdown of the glucose। ਈਸਟ ਹੈ ਉਹਦੇ ਵਿੱਚ anaerobic respiration ਹੋਏਗਾ, ਮਤਲਬ ਬਿਨਾਂ ਆਕਸੀਜਨ ਤੋਂ ਹੋਏਗਾ ਰੈਸਪਾਇਰੇਸ਼ਨ। ਇਹਦੇ ਵਿੱਚ ਜੋ ਗਲੂਕੋਜ਼ ਹੈ ਸ਼ੂਗਰ ਹੈ ਉਹਦਾ ਜੋ ਬ੍ਰੇਕਡਾਊਨ ਆ ਉਹ ਕੰਪਲੀਟ ਨਹੀਂ ਹੁੰਦਾ, ਇਨਕੰਪਲੀਟ ਬ੍ਰੇਕਡਾਊਨ ਹੁੰਦਾ ਹੈਗਾ ਸ਼ੂਗਰ ਦਾ। ਇਟ ਇਜ਼ for this reason that yeast is used in production of wine and beer। ਜੋ ਗਲੂਕੋਜ਼ ਹੈ ਉਹਦਾ ਇਨਕੰਪਲੀਟ ਆਕਸੀਡੇਸ਼ਨ ਹੋਏਗਾ ਤਾਂ ਐਲਕੋਹਲ ਬਣੇਗੀ। ਇਸ ਕਾਰਨ ਹੀ ਜੋ ਈਸਟ ਹੈ ਉਹਨੂੰ ਵਾਈਨ ਅਤੇ ਬੀਅਰ ਬਣਾਉਣ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਫਿਰ ਹੈ ਐਨਾਰੋਬਿਕ ਕਨਵਰਜ਼ਨ ਆਫ ਸ਼ੂਗਰ ਟੂ ਕਾਰਬਨ ਡਾਈਆਕਸਾਈਡ ਐਂਡ ਐਲਕੋਹਲ ਬਾਈ ਈਸਟ ਇਜ਼ ਕਾਲਡ ਫਰਮੈਂਟੇਸ਼ਨ। ਜੋ ਇਹ ਪ੍ਰੋਸੈਸ ਹੈ ਜਿਹਦੇ ਵਿੱਚ ਸ਼ੂਗਰ ਤੋਂ ਕਾਰਬਨ ਡਾਈਆਕਸਾਈਡ ਅਤੇ ਐਲਕੋਹਲ ਬਣਦਾ, ਐਨਾਰੋਬਿਕ ਰੈਸਪਾਇਰੇਸ਼ਨ ਦੇ ਥਰੂ ਇਸ ਨੂੰ ਕੀ ਕਹਿ ਦਿੱਤਾ ਜਾਂਦਾ ਹੈਗਾ ਫਰਮੈਂਟੇਸ਼ਨ। ਫਿਰ ਨੀਚੇ ਈਸਟ ਦੇ ਬਾਰੇ ਦੱਸਿਆ ਹੋਇਆ ਵੀ ਈਸਟ ਕੀ ਹੈ। ਈਸਟਸ ਆਰ यूकैरियोटिक माइक्रो ऑर्गेनिज्म classify in kingdom fungi with 1,500 species currently described। Yeast are unicellular, although some species with yeast form may become multicellular through the formation of string of connected budding cell known as pseudohypae or false hypae as seen in most molds। ਜੋ ਈਸਟ ਹੈ ਉਹ ਯੂਕੈਰਿਓਟਿਕ ਮਾਈਕਰੋ ਆਰਗੈਨਿਜ਼ਮ ਹੈ, ਇਹਨੂੰ ਫੰਗੀ ਦੇ ਵਿੱਚ ਰੱਖਿਆ ਗਿਆ ਹੈਗਾ। ਠੀਕ ਹੈ, ਇਹਦੀਆਂ ਲਗਭਗ 1500 ਸਪੀਸੀਸ ਡਿਸਕਰਾਈਬ ਕੀਤੀਆਂ ਗਈਆਂ ਨੇ। ਠੀਕ ਹੈ, ਡਿਸਕਵਰ ਕੀਤੀਆਂ ਗਈਆਂ ਨੇ। ਅਤੇ ਜੋ ਈਸਟ ਹੈ ਉਹਦੇ ਵਿੱਚ ਬਡਿੰਗ ਹੁੰਦੀ ਹੈਗੀ, ਜਿਹਨੂੰ ਸਿਊਡੋਹਾਈਪੀ ਜਾਂ ਫਾਲਸ ਹਾਈਪੀ ਕਹਿ ਦਿੱਤਾ ਜਾਂਦਾ ਹੈਗਾ। ਈਸਟ ਸਾਈਜ਼ ਕੈਨ ਵੈਰੀ ਗ੍ਰੇਟਲੀ ਡਿਪੈਂਡਿੰਗ ਅਪੋਨ ਦੀ ਸਪੀਸੀਸ, ਟਿਪੀਕਲੀ measuring 3 to 4 micrometer in diameter, although some yeast can reach over 40 micrometer। ਇਹਦਾ ਸਾਈਜ਼ ਆ ਉਹ 3 ਤੋਂ 4 ਮਾਈਕਰੋਮੀਟਰ
ਡਾਇਮੀਟਰ ਦਾ ਵੀ ਹੋ ਸਕਦਾ ਤੇ 40 ਮਾਈਕਰੋਮੀਟਰ ਤੱਕ ਦੀਆਂ ਵੀ ਈਸਟ ਦੇਖੀਆਂ ਗਈਆਂ ਨੇ। ਮੋਸਟ ਈਸਟ reproduce asexually by mitosis and many do so by asymmetrical division process called budding। ਵੀ ਜੋ ਈਸਟ ਹੈ ਉਹ asexually ਮਾਈਟੋਸਿਸ ਦੇ ਥਰੂ ਵੀ ਡਿਵਾਈਡ ਕਰਕੇ 1 ਤੋਂ 2 2 ਤੋਂ 4 ਬਣ ਜਾਂਦੀਆਂ ਅਤੇ ਜਾਂ ਫਿਰ ਏਸਿਮੈਟ੍ਰੀਕਲ ਡਿਵੀਜ਼ਨ ਜਿਹਨੂੰ ਬਡਿੰਗ ਕਹਿ ਦਿੱਤਾ ਜਾਂਦਾ ਉਹਦੇ ਥਰੂ ਵੀ ਰਿਪਰੋਡਿਊਸ ਕਰਕੇ 1 ਤੋਂ 2 2 ਤੋਂ 4 4 ਤੋਂ 8 ਬਣ ਜਾਂਦੀਆਂ। ਇਹ ਇਸ ਚੈਪਟਰ ਦੇ ਬਾਰੇ ਅੱਜ ਇੰਨਾ ਹੀ ਪੜ੍ਹਾਂਗੇ। ਥੈਂਕ ਯੂ।